ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੋਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੀ ਮਿਹਰ ਦਾ ਸਦਕਾ ਸੰਧਿਆ ਦੇ ਸਮੇਂ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਸਜੇ ਹੋਏ ਦੀਵਾਨਾਂ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ ਹੈ। ਰਹਿਰਾਸ ਸਾਹਿਬ ਦੇ ਪਾਠ ਹੋਏ ਹਨ। ਲੜੀਵਾਰ ਇਤਿਹਾਸ ਦੀ ਜੋ ਕਥਾ ਆਪਾਂ ਨਿਰੰਤਰ ਗੁਰੂ ਕਿਰਪਾ ਦੁਆਰਾ ਸਰਵਣ ਕਰਦੇ ਆ ਰਹੇ ਹਾਂ, ਰਲ ਮਿਲ ਕੇ ਵਿਚਾਰਦੇ ਆ ਰਹੇ ਹਾਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਰਾਜਦੇ ਹਨ। ਸਤਿਗੁਰੂ ਜੀ ਦੀ ਆਗਿਆ ਨੂੰ ਪਾ ਕੇ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਕੇ ਖਾਲਸਿਆਂ ਦੇ ਵਿਦਵਾਨ ਸਿੱਖਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਵੱਖ-ਵੱਖ ਸਵਾਲਾਂ ਦੇ ਵਿਧਾਂਤ ਮੁਤਾਬਕ, ਯੋਗ ਸ਼ਾਸਤਰਾਂ ਦੇ ਮੁਤਾਬਕ ਔਰ ਇਸੇ ਪ੍ਰਕਾਰ ਜੋ ਅੰਤਮ ਨਿਰਣਾ ਗੁਰਮਤਿ ਦਾ ਹੈ, ਗੁਰਮਤਿ ਦੇ ਨਿਰਣੇ ਦੇ ਮੁਤਾਬਕ ਪਿਆਰੇ ਭਾਈ ਦਇਆ ਸਿੰਘ ਜੀ ਜਿਵੇਂ ਜਵਾਬ ਦੇ ਰਹੇ ਹਨ, ਉਹਨਾਂ ਸ਼ਬਦਾਂ ਨੂੰ ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਕਲਮ ਦੁਆਰਾ ਸੁੰਦਰ ਛੰਦਾਬੰਦੀ ਦੇ ਵਿੱਚ ਕਲਮਬੱਧ ਕੀਤਾ ਹੈ। ਪਿੱਛੇ ਆਪਾਂ ਸਰਵਣ ਕੀਤਾ ਕਿ ਜੋ ਬ੍ਰਹਮ ਦੀ ਵਿਦਿਆ ਹੈ, ਬ੍ਰਹਮ ਗਿਆਨ ਹੈ, ਸੋ ਬ੍ਰਹਮ ਗਿਆਨ ਦਾ ਉਪਦੇਸ਼ ਗੁਰੂ ਕੀਆਂ ਸੰਗਤਾਂ ਦੇ ਪੁੱਛਣ 'ਤੇ ਪਿਆਰੇ ਭਾਈ ਦਇਆ ਸਿੰਘ ਜੀ ਵਰਣਨ ਕਰ ਰਹੇ ਹਨ। ਦੱਸਿਆ ਕਿ 4 ਸਾਧਨ ਬੈਰਾਗ, ਵਿਵੇਕ, ਖਟ ਸੰਪਤੀ, ਮੁਖ ਇੱਛਾ, ਇਹਨਾਂ ਨੂੰ ਪ੍ਰਾਪਤ ਕਰਕੇ ਜਦੋਂ ਗੁਰੂ ਕਾ ਸਿੱਖ ਗੁਰੂ ਚਰਨਾਂ ਦੇ ਵਿੱਚ ਆ ਜਾਂਦਾ ਹੈ, ਸਤਿਗੁਰੂ ਦੀ ਸ਼ਰਨ ਪੈ ਜਾਂਦਾ ਹੈ, ਉਸ ਵੇਲੇ ਸੁਜਾਨ ਸੂਝਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਨੂੰ ਬ੍ਰਹਮ ਦੀ ਵਿਦਿਆ, ਬ੍ਰਹਮ ਦਾ ਗਿਆਨ ਬਖਸ਼ਿਸ਼ ਕਰ ਦਿੰਦੇ ਹਨ। ਔਰ 4 ਪ੍ਰਕਾਰ ਦਾ ਬ੍ਰਹਮ ਗਿਆਨ ਹੈ। ਸ਼ਰਵਣ ਹੈ, ਮੰਨਣ ਹੈ, ਨਿਧਿਆਸਨ ਹੈ ਅਤੇ ਇਸੇ ਪ੍ਰਕਾਰ ਸਾਖਿਆਤ ਬ੍ਰਹਮ ਦਾ ਗਿਆਨ ਹੈ। ਅਤੇ ਇਸ ਦੇ ਵਿੱਚੋਂ ਇਕੱਲਾ ਇਕੱਲਾ ਕਰਕੇ ਭਾਈ ਦਇਆ ਸਿੰਘ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਸ਼ਰਵਣ ਗਿਆਨ ਹੈ ਜਿਹੜਾ ਉਹ ਅੱਗੇ 6 ਪ੍ਰਕਾਰ ਦਾ ਹੈ। ਸ਼ਰਵਣ ਕਿਸ ਨੂੰ ਕਹਿੰਦੇ ਹੈ? ਕਹਿੰਦੇ ਜੋ ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਰ ਚੇਤਨ ਹੈ, ਉਸ ਦੇ ਤਾਤਪਰਿਆ ਦੇ ਵਿੱਚ ਨਿਸ਼ਚਾ ਹੋਣਾ, ਉਹਦੇ ਸਿਧਾਂਤ ਦੇ ਵਿੱਚ ਨਿਸ਼ਚਾ ਹੋਣਾ। ਸੋ ਇਸ ਨੂੰ ਸ਼ਰਵਣ ਕਿਹਾ ਜਾਂਦਾ ਹੈ। ਸ਼ਰਵਣ ਨੇ ਅੱਗੇ ਕਿਸਮਾਂ ਦੱਸੀਆਂ। ਉਪਸੰਹਾਰ ਕੀ ਹੈ, ਉਪਕਰਮ ਕੀ ਹੈ, ਅਭਿਆਸ ਕੀ ਹੈ, ਪੂਰਬਤਾ ਕੀ ਹੈ, ਅਰਥਵਾਦ ਕੀ ਹੈ, ਇਸੇ ਪ੍ਰਕਾਰ ਉਪਪਤੀ ਕੀ ਹੈ। ਇਹ 6 ਪ੍ਰਕਾਰ ਦਾ ਭਾਈ ਦਇਆ ਸਿੰਘ ਜੀ ਨੇ ਖੋਲ੍ਹ ਕੇ ਦੱਸਿਆ ਕਿ ਕਿਸੇ ਗ੍ਰੰਥ ਦੇ ਵਿੱਚ ਜੋ ਸ਼ੁਰੂ ਦੇ ਵਿੱਚ ਸਿਧਾਂਤ ਦੇ ਦਿੱਤਾ ਜਾਵੇ, ਉਹੀ ਸਿਧਾਂਤ ਜਿਸ ਚੀਜ਼ ਦਾ ਵਰਣਨ ਜੋ ਵਰਣਨ ਕਰਨੇ ਯੋਗ ਹੈ ਆ ਜਾਵੇ, ਉਹ ਪੂਰੇ ਗ੍ਰੰਥ ਦੇ ਵਿੱਚ ਚੱਲਦਾ ਰਹੇ ਅਤੇ ਸਮਾਪਤੀ ਤੱਕ ਜਾਰੀ ਰਹੇ। ਇਸ ਨੂੰ ਉਪਕਰਮ ਜਾਂ ਉਪਸੰਹਾਰ ਕਿਹਾ ਜਾਂਦਾ ਹੈ।
ਸੋ ਇਸੇ ਪ੍ਰਕਾਰ ਜੋ ਅੱਗੇ ਪ੍ਰਕਰਣ ਦਿੱਤਾ ਹੈ, ਜੋ ਮੂਲ ਦਿੱਤਾ ਹੈ, ਉਹਦੇ ਅਰਥ ਰੂਪ ਦੇ ਵਿੱਚ ਵਾਰ-ਵਾਰ ਉਸੇ ਗ੍ਰੰਥ ਦੇ ਵਿੱਚ ਜ਼ਿਕਰ ਕਰਦੇ ਜਾਣਾ ਉਸ ਦਾ। ਇਸ ਨੂੰ ਜਿਹੜਾ ਇਹ ਅਰਥ ਵਿਚਾਰਨਾ, ਇਸ ਨੂੰ ਅਰਥਵਾਦ ਕਹਿੰਦੇ ਹਨ। ਇਸੇ ਪ੍ਰਕਾਰ ਬਾਕੀ ਦੇ ਸਮਝਾਏ। ਉਸ ਤੋਂ ਬਾਅਦ ਨਾਲ ਨਾਲ ਗੁਰਬਾਣੀ ਦੇ ਪ੍ਰਮਾਣ ਵੀ ਦਿੱਤੇ ਕਿ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਜਪਜੀ ਸਾਹਿਬ ਜੀ ਦੇ ਆਰੰਭਲੀਆਂ ਤੁਕਾਂ ਦੇ ਵਿੱਚ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਕਹਿ ਕੇ ਜਣਾਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਇੱਕ ਸੱਚ ਦੀ, ਇੱਕ ਸਤ ਚੇਤਨ ਆਨੰਦ ਪਾਰ ਬ੍ਰਹਮ ਪਰਮੇਸ਼ਰ ਦੀ ਉਸਤਤ ਹੈ, ਇੱਕ ਵਾਹਿਗੁਰੂ ਦੀ ਗੱਲ ਹੈ। ਅਤੇ ਇਸ ਨੂੰ ਵਾਰ-ਵਾਰ ਫਿਰ ਅੱਗੇ ਵੀ ਪਾਠ ਦੇ ਵਿੱਚ ਔਰ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਆਦਿ ਦੇ ਵਿੱਚ, ਮੱਧ ਦੇ ਵਿੱਚ, ਅੰਤ ਦੇ ਵਿੱਚ ਔਰ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਵਰਣਨ ਹੈ। ਜਿਵੇਂ ਦੱਸਿਆ ਕਿ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੱਚਾ ਹੈ, ਉਹ ਵਾਹਿਗੁਰੂ ਪਰਮੇਸ਼ਰ ਸੱਚ ਸਰੂਪ ਹੈ। ਅਤੇ ਭਾਖਿਆ ਭਾਉ ਅਪਾਰ, ਉਹ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਕੀ ਹੈ, ਕਿਹੜੀ ਬੋਲੀ ਸਮਝਦਾ ਹੈ, ਉਹ ਹੈ ਭਾਉ ਦੀ ਬੋਲੀ। ਭਾਖਿਆ ਭਾਉ ਅਪਾਰ, ਉਹ ਪਾਰਾਵਾਰ ਤੋਂ ਰਹਿਤ ਜਿਹੜਾ ਵਾਹਿਗੁਰੂ ਹੈ, ਉਹਨੂੰ ਜੇ ਕਿਸੇ ਨੇ ਮਿਲਣਾ ਹੈ, ਜੇ ਉਹਦੇ ਨਾਲ ਕਿਸੇ ਨੇ ਗੱਲਾਂ ਕਰਨੀਆਂ ਤਾਂ ਕਿਹੜੀ ਬੋਲੀ ਬੋਲੀ ਜਾਵੇ? ਕਹਿੰਦੇ ਭਾਖਿਆ ਭਾਉ ਅਪਾਰ, ਪ੍ਰੇਮ ਦੀ ਬੋਲੀ। ਪ੍ਰੇਮ ਦੀ ਬੋਲੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਹੈ। ਇਸ ਪ੍ਰਕਾਰ ਹੋਰ ਵੀ ਬਹੁਤ ਸਾਰੇ ਪ੍ਰਮਾਣ ਦੇ ਕੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਗੁਰੂ ਕੀਆਂ ਸੰਗਤਾਂ ਨੂੰ ਸ਼ਰਵਣ ਦਾ ਜੋ ਲੱਛਣ ਹੈ ਉਹ ਸਮਝਾਇਆ ਹੈ ਅਤੇ ਨਾਲ ਦੱਸਿਆ ਕਿ ਇਹ ਜਿਹੜਾ ਸ਼ਰਵਣ ਲੱਛਣ ਹੈ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਤਾਂ ਵਿਸ਼ੇਸ਼ ਕਰਕੇ ਇਹਦਾ ਜ਼ਿਕਰ ਨਹੀਂ ਕੀਤਾ, ਸ਼ਰਵਣ ਦਾ ਮਹਾਤਮ ਜ਼ਰੂਰ ਦੱਸਿਆ। 4 ਸ਼ਰਵਣ ਦੀਆਂ ਪੌੜੀਆਂ, ਸੁਣਿਆ ਦੀਆਂ ਪੌੜੀਆਂ ਜਪਜੀ ਸਾਹਿਬ ਜਿਹੜੀਆਂ ਪੜ੍ਹਦੇ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਰਾ ਗੁਣਾ ਕੇ ਗਾਹ। ਇਹ 4 ਪੌੜੀਆਂ। ਇਸੇ ਤਰ੍ਹਾਂ ਮੰਨਣ ਦੀਆਂ ਵੀ 4 ਪੌੜੀਆਂ ਕਹੀਆਂ ਹੈ, ਪਰ ਉੱਥੇ ਸਤਿਗੁਰੂ ਜੀ ਨੇ ਇਹਨੂੰ ਬਹੁਤਾ ਖੋਲ੍ਹ ਕੇ ਨਹੀਂ ਦੱਸਿਆ। ਸਤਿਗੁਰੂ ਜੀ ਨੇ ਬਸ ਸੰਖੇਪ ਮਾਤਰ ਇਹਦਾ ਮਹਾਤਮ ਦੱਸ ਦਿੱਤਾ ਹੈ ਕਿ ਸ਼ਰਵਣ ਦਾ ਮਹਾਤਮ ਕੀ ਹੈ, ਮੰਨਣ ਦਾ ਮਹਾਤਮ ਕੀ ਹੈ। ਅਤੇ ਕਹਿੰਦੇ ਨੇ ਕਿ ਉਪਨਿਸ਼ਦਾਂ ਦੇ ਵਿੱਚ, ਛਾਂਦੋਕ ਉਪਨਿਸ਼ਦ ਦੇ ਵਿੱਚ ਇਸ ਦਾ ਜ਼ਿਕਰ ਬਹੁਤ ਵਿਸਥਾਰ ਦੇ ਸਹਿਤ ਕੀਤਾ ਗਿਆ ਹੈ। ਉਹ ਪਿਆਰੇ ਭਾਈ ਦਇਆ ਸਿੰਘ ਜੀ ਨੇ ਸੰਗਤ ਨੂੰ ਦੱਸਿਆ ਅਤੇ ਭਾਈ ਸੰਤੋਖ ਸਿੰਘ ਜੀ ਨੇ ਸਰੋਤਿਆਂ ਵਾਸਤੇ ਲਿਖ ਦਿੱਤਾ ਹੈ। ਇੱਥੋਂ ਤੱਕ ਆਪਾਂ ਸਰਵਣ ਕਰ ਚੁੱਕੇ ਸੀ। ਅੱਗੇ ਜਿਵੇਂ ਪਿਆਰੇ ਭਾਈ ਦਇਆ ਸਿੰਘ ਜੀ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਮੰਨਣ ਦਾ ਜ਼ਿਕਰ ਕਰਦੇ ਆ ਵੀ ਮੰਨਣਾ ਕੀ ਹੈ। ਸੋ ਮੰਨਣ ਦਾ ਜ਼ਿਕਰ ਕਰਦੇ ਹੋਏ ਜਿਵੇਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮਨਨ ਗਿਆਨ ਕੋ ਭੇਦ ਬਤਾਵਤ। ਕਹਿੰਦੇ ਖਾਲਸਾ ਜੀ ਹੁਣ ਅਸੀਂ ਤੁਹਾਨੂੰ ਮੰਨਣ ਦੇ ਗਿਆਨ ਦਾ, ਪਹਿਲਾਂ ਸ਼ਰਵਣ ਗਿਆਨ ਦੱਸਿਆ ਨਾ, ਕਿਉਂਕਿ 4 ਪ੍ਰਕਾਰ ਦਾ ਗਿਆਨ, ਸ਼ਰਵਣ ਗਿਆਨ, ਮੰਨਣ ਗਿਆਨ, ਨਿਧਿਆਸਨ ਗਿਆਨ ਅਤੇ ਸਾਖਿਆਤ ਗਿਆਨ, ਇੱਥੋਂ ਗੱਲ ਸ਼ੁਰੂ ਹੋਈ ਸੀ। ਸ਼ਰਵਣ ਪਹਿਲਾਂ ਦੱਸ ਚੁੱਕੇ ਹੈ, ਉਸ ਤੋਂ ਬਾਅਦ ਅੱਜ ਮੰਨਣ ਦਾ ਦੱਸਦੇ ਹੈ। ਕਹਿੰਦੇ ਮੰਨਣ ਗਿਆਨ ਕੋ ਭੇਦ ਬਤਾਵਤ, ਮੰਨਣ ਦਾ ਜਿਹੜਾ ਗਿਆਨ ਹੈ ਉਹਦਾ ਅਸੀਂ ਭੇਦ ਦੱਸਦੇ ਹਾਂ, ਉਹਦਾ ਰਹੱਸ ਤੁਹਾਨੂੰ ਸਮਝਾਉਣ ਲੱਗੇ ਹਾਂ। ਔਰ ਜਿਸ ਮੰਨਣ ਦੇ ਨਾਲ, ਜਿਸ ਮੰਨਣ ਗਿਆਨ ਨੂੰ ਪ੍ਰਾਪਤ ਕਰਨ ਦੇ ਨਾਲ ਪਰਮ ਗਤੀ ਨੂੰ, ਭਾਵ ਪਰਮੇਸ਼ਰ ਦੇ ਚਰਨਾਂ ਵਿੱਚ ਮੁਕਤੀ ਨੂੰ ਪ੍ਰਾਪਤ ਹੋ ਜਾਈਦਾ ਹੈ। ਕਹਿੰਦੇ ਮੰਨਣ ਕਰਨ ਦੇ ਨਾਲ, ਮੰਨ ਲੈਣ ਦੇ ਨਾਲ ਮਨ ਹੋਤ ਬਿਲਾਏ, ਮਨ ਦਾ ਨਾਸ਼ ਹੋ ਜਾਂਦਾ ਹੈ, ਮਨ ਦੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ। ਜਿਹੜਾ ਮਨ ਹਮੇਸ਼ਾ ਹੀ ਦਵੈਤ ਦੇ ਵਿੱਚ ਲਪਟਿਆ ਰਹਿੰਦਾ, ਕਿਉਂਕਿ ਮਨ ਕਹਿੰਦਾ ਨਾ ਵੀ ਆਹ ਕਰਾਂ ਜਾਂ ਨਾ ਕਰਾਂ, ਆਹ ਸੱਚ ਹੈ ਜਾਂ ਝੂਠ ਹੈ। ਸੋ ਇਹ ਜਿਹੜੀ ਦਵੈਤ ਭਾਵਨਾ ਮਨ ਦੀ, ਇਹ ਨਾਸ਼ ਹੋ ਜਾਂਦੀ ਹੈ।
ਉਹ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਉਸ ਦਾ ਸਰੂਪ ਉਹ ਸਤ ਹੈ, ਤਿੰਨਾਂ ਕਾਲਾਂ ਵਿੱਚ ਉਹਦਾ ਨਾਸ਼ ਨਹੀਂ ਹੁੰਦਾ, ਸਤ ਸਰੂਪ ਹੈ। ਇਸੇ ਪ੍ਰਕਾਰ ਜੜ ਨਹੀਂ ਹੈ, ਚੇਤਨ ਸਰੂਪ ਹੈ ਔਰ ਆਨੰਦ ਸਰੂਪ ਹੈ, ਪਾਰਾਵਾਰ ਤੋਂ ਰਹਿਤ ਹੈ। ਜਿਹੜਾ ਬ੍ਰਹਮ ਹੈ ਔਰ ਇਸੇ ਪ੍ਰਕਾਰ ਜੋ ਆਤਮਾ ਹੈ, ਇਹ ਦੋਵੇਂ ਹੀ ਵਿਕਾਰ ਤੋਂ ਰਹਿਤ ਹਨ। ਸੋ ਨਾ ਤਾਂ ਬ੍ਰਹਮ ਦੇ ਵਿੱਚ ਇਹ ਤਿੰਨ ਅਵਸਥਾਵਾਂ ਆਉਂਦੀਆਂ, ਤਾਂ ਨਾ ਹੀ ਆਤਮਾ ਦੇ ਉੱਤੇ ਇਹ ਅਵਸਥਾਵਾਂ ਆਉਂਦੀਆਂ। ਕਿਹੜੀਆਂ ਕਿਹੜੀਆਂ? ਨਾ ਤਾਂ ਕਹਿੰਦੇ ਬਾਲ ਹੈ ਅਤੇ ਨਾ ਤਰੁਣ ਹੈ। ਨਾ ਤਾਂ ਬਾਲਪਣ ਆਉਂਦਾ ਹੈ ਆਤਮਾ ਦੇ ਉੱਤੇ, ਨਾ ਆਤਮਾ ਯੁਵਾ ਜਵਾਨ ਹੁੰਦੀ ਹੈ, ਅਤੇ ਨਾ ਹੀ ਜਰਾ ਰੋਗ ਆਉਂਦਾ, ਬੁਢਾਪਾ ਰੋਗ ਆਉਂਦਾ। ਬੁਢਾਪੇ ਦੇ ਵਿੱਚ ਜਿਵੇਂ ਸਰੀਰ ਜਰਜਰਾ ਹੋ ਜਾਂਦਾ ਨਾ, ਤਨ ਦਾ ਤਾਂ ਇਹ ਵਿਸ਼ਾ ਹੈ, ਸਰੀਰ ਦੇ ਉੱਤੇ ਤਾਂ ਸਭ ਕੁਝ ਆਉਂਦਾ ਨਾ। ਸਤਿਗੁਰੂ ਨੇ ਵੀ ਆਖਿਆ ਗੁਰਬਾਣੀ ਵਿੱਚ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਲ। ਇਹ ਤਿੰਨ ਅਵਸਥਾਵਾਂ ਸਥੂਲ ਸਰੀਰ ਦੇ ਉੱਪਰ ਤਾਂ ਆਉਂਦੀਆਂ ਹਨ, ਪਰ ਜੋ ਅੰਦਰ ਸਾਡੇ ਆਤਮਾ ਵਸ ਰਿਹਾ ਹੈ, ਉਹ ਨਾ ਤਾਂ ਬਾਲਾ ਹੈ, ਨਾ ਬੁੱਢਾ ਹੈ, ਅਤੇ ਨਾ ਹੀ ਤਰੁਣ ਯੁਵਾ ਜਵਾਨ ਹੈ। ਨਾ ਉਹ ਬਾਲਾ, ਨਾ ਉਹ ਬੁੱਢਾ, ਨਾ ਉਹ ਬਾਲਾ। ਨਾ ਉਹ ਬੁੱਢਾ ਹੁੰਦਾ, ਨਾ ਬਾਲਕ ਹੁੰਦਾ ਹੈ, ਨਾ ਹੀ ਉਹ ਜਵਾਨ ਹੁੰਦਾ। ਇਹ ਤਿੰਨੇ ਪ੍ਰਕਾਰ ਦੀਆਂ ਜਿਹੜੀਆਂ ਅਵਸਥਾਵਾਂ ਉਸ ਦੇ ਉੱਤੇ ਨਹੀਂ ਆਉਂਦੀਆਂ। ਉਹ ਸਦਾ ਹੀ ਇੱਕ ਰਸ ਹੈ, ਨਿਰੰਤਰ ਇੱਕੋ ਜਿਹਾ ਹੈ। ਸੋ ਉਹ ਜੜ ਰੂਪ ਨਹੀਂ ਹੈ। ਜਿਵੇਂ ਬਾਕੀ ਚੀਜ਼ਾਂ ਤਾਂ ਜਿੰਨੀਆਂ ਦ੍ਰਿਸ਼ਟਮਾਨ ਹੈ, ਇਹ ਜੜ ਰੂਪ ਹੈ। ਸਥੂਲ ਚੀਜ਼ਾਂ ਸਾਰੀਆਂ ਜੜ ਰੂਪ ਹੀ ਹੈ ਨਾ, ਆਪਣੇ ਆਪ ਵਿੱਚ ਤਾਂ ਕਿਸੇ ਵਿੱਚ ਸੱਤਾ ਨਹੀਂ ਹੈ। ਇਹਨਾਂ ਨੂੰ ਆਤਮਾ ਅੰਦਰੋਂ ਚਲਾਉਂਦਾ ਹੈ, ਤਾਂ ਇਹਨਾਂ ਵਿੱਚ ਜਿਹੜੀ ਚੇਤਨਤਾ ਆਉਂਦੀ ਹੈ। ਨਹੀਂ, ਆਪਣੇ ਆਪ ਦੇ ਵਿੱਚ ਹਰ ਇੱਕ ਜਿਹੜੀ ਦ੍ਰਿਸ਼ਟਮਾਨ ਵਸਤੂ ਹੈ, ਹਰ ਇੱਕ ਜੀਵ ਜਿਹੜਾ ਉਹ ਜੜ ਹੈ। ਪਰ ਉਹ ਜਿਹੜਾ ਆਤਮਾ ਹੈ ਔਰ ਜਿਹੜਾ ਬ੍ਰਹਮ ਹੈ, ਦੋਵੇਂ ਹੀ ਕਹਿੰਦੇ ਜੜ ਰੂਪ ਨਹੀਂ ਹਨ ਔਰ ਨਾ ਹੀ ਦੁੱਖ ਰੂਪ ਹਨ। ਕਿਉਂਕਿ ਜਿੰਨੇ ਜੜ ਹੈ ਉਹਨਾਂ ਸਾਰਿਆਂ ਨੂੰ ਦੁੱਖ ਆਉਂਦਾ ਹੈ। ਜਿੰਨਾ ਦ੍ਰਿਸ਼ਟਮਾਨ ਹੈ, ਕੋਈ ਸਰੀਰ ਦੇਖ ਲਓ, ਕੋਈ ਜੀਵ ਜੰਤੂ ਦੇਖ ਲਓ, ਹਰੇਕ ਨੂੰ ਦੁੱਖ ਸੁੱਖ ਦਾ ਅਨੁਭਵ ਹੁੰਦਾ ਹੈ। ਪਰ ਆਤਮਾ ਨੂੰ ਅਤੇ ਉਹ ਬ੍ਰਹਮ ਨੂੰ ਇਹ ਦੁੱਖ ਸੁੱਖ ਦਾ ਅਨੁਭਵ ਨਹੀਂ ਹੁੰਦਾ। ਇਹਨਾਂ ਦੋਵਾਂ ਤੋਂ ਰਹਿਤ ਹੈ। ਜਿਹੜਾ ਆਤਮਾ ਹੈ ਸੋ ਉਹ ਇੱਕੋ ਹੀ ਹੈ, ਬਹੁਤੇ ਨਹੀਂ। ਕਹਿਣ ਨੂੰ ਆਪਾਂ ਕਹਿੰਦੇ ਹਾਂ ਕਿ ਇੱਕੋ ਆਤਮਾ ਸਾਰਿਆਂ ਸਰੀਰਾਂ ਵਿੱਚ ਹੈ, ਸਾਰਿਆਂ ਜੀਵਾਂ ਵਿੱਚ ਹੈ। ਮਨ ਵਿੱਚ ਸਵਾਲ ਪੈਦਾ ਹੋਵੇਗਾ ਵੀ ਜੇ ਆਤਮਾ ਇੱਕ ਹੀ ਹੈ ਤਾਂ ਸਾਰਿਆਂ ਵਿੱਚ ਕਿਵੇਂ ਹੋਇਆ? ਆਤਮਾ ਵੱਖਰੇ ਵੱਖਰੇ ਨਾ ਹੋਏ, ਕਿਉਂਕਿ ਇੱਕ ਮਨੁੱਖ ਵੱਖਰਾ, ਦੂਜਾ ਵੱਖਰਾ, ਇੱਕ ਜੀਵ ਤੀਜਾ ਵੱਖਰਾ। ਸੋ ਹੈ ਤਾਂ ਸਾਰੇ ਵੱਖਰੇ ਵੱਖਰੇ, ਵੀ ਇੱਕੋ ਹੀ ਆਤਮਾ ਸਾਰਿਆਂ ਵਿੱਚ ਕਿਵੇਂ ਹੋਈ? ਜਿਵੇਂ ਗੁਰਬਾਣੀ ਵਿੱਚ ਪ੍ਰਮਾਣ ਆਉਂਦਾ ਹੈ, ਵਿਸੋਏ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਸੂਰਜ ਤਾਂ ਇੱਕੋ ਹੀ ਹੈ ਨਾ, ਪਰ ਹੈ ਸਾਰਿਆਂ ਵਿੱਚ ਵੱਖਰਾ ਵੱਖਰਾ। ਕਿਰਨਾਂ ਰੂਪ ਹੋ ਕੇ ਵੱਖਰਾ ਹੈ ਸੂਰਜ ਹੈ, ਕਿਉਂਕਿ ਕਿਰਨਾਂ ਦਾ ਸਮੁਦਾਇ ਹੈ ਜਿਹੜਾ, ਉਸੇ ਨੂੰ ਆਪਾਂ ਸੂਰਜ ਕਹਿੰਦੇ ਹਾਂ। ਉਹ ਕਿਰਨਾਂ ਕੋਈ ਕਿਤੇ ਪੈ ਰਹੀ ਹੈ, ਕੋਈ ਕਿਤੇ ਪੈ ਰਹੀ ਹੈ, ਪਰ ਸਮਗਰ ਰੂਪ ਦੇ ਵਿੱਚ, ਇਕੱਠੇ ਰੂਪ ਦੇ ਵਿੱਚ ਹੈ ਤਾਂ ਇੱਕ ਸੂਰਜ ਹੈ। ਇਸੇ ਪ੍ਰਕਾਰ ਉਹ ਆਤਮਾ ਹੈ ਇੱਕੋ ਹੀ ਹੈ, ਪਰ ਜਿਵੇਂ ਉਹ ਕਿਰਨ ਹੈ ਸੂਰਜ ਦੀ ਲਾਈਟ, ਸੂਰਜ ਦੀ ਰੋਸ਼ਨੀ ਆ ਉਹ, ਪਰ ਉਹ ਤੋਂ ਵੱਖਰਾ ਹੋ ਕੇ ਉਹ ਆਪਾਂ ਨੂੰ ਅਲੱਗ ਭਾਸਦੀ ਹੈ ਵੀ ਇਹ ਕਿਰਨ ਹੈ, ਰੇਸ਼ਮ ਹੈ, ਅਤੇ ਹੈ ਉਹ ਸੂਰਜ ਦਾ ਹੀ ਅੰਗ। ਇਸੇ ਤਰ੍ਹਾਂ ਹੈ ਆਤਮਾ ਇੱਕੋ ਹੀ, ਪਰ ਸਾਰਿਆਂ ਵਿੱਚ ਅਲੱਗ ਅਲੱਗ ਹੋਣ ਕਰਕੇ ਸਾਨੂੰ ਲੱਗਦਾ ਹੈ ਕਿ ਉਹ ਆਤਮਾ ਬਹੁਤੇ ਹੈ, ਅਲੱਗ ਅਲੱਗ ਹੈ। ਪਰ ਏਕ ਆਤਮਾ ਅਚਲ ਅਨੂਪ। ਉਹ ਕਹਿੰਦੇ ਅਚਲ ਹੈ, ਚਲਾਏਮਾਨ ਨਹੀਂ ਹੈ। ਜਿਵੇਂ ਬਾਕੀ ਤਾਂ ਸਾਰੇ ਚਲਾਏਮਾਨ ਹਨ ਨਾ। ਸਰੀਰ ਦਾ ਉੱਤੇ ਬਚਪਨ ਦੀ ਅਵਸਥਾ ਆਈ, ਉਹ ਚੱਲ ਕੇ ਜਵਾਨੀ ਵਿੱਚ ਪਹੁੰਚ ਗਿਆ, ਉੱਥੋਂ ਚੱਲ ਕੇ ਉਹ ਬੁਢਾਪੇ ਵਿੱਚ ਪਹੁੰਚ ਗਿਆ, ਉਸ ਤੋਂ ਬਾਅਦ ਚੱਲ ਕੇ ਮੌਤ ਹੋ ਜਾਂਦੀ ਹੈ। ਪਰ ਆਤਮਾ ਚਲਾਏਮਾਨ ਅਚਲ ਹੈ, ਟਿਕ ਕੇ ਰਹਿਣ ਵਾਲਾ ਹੈ। ਔਰ ਅਨੂਪ, ਅਨੂਪ ਕਹਿੰਦੇ ਆ ਜਿਸ ਦੀ ਕਿਸੇ ਨਾਲ ਉਪਮਾ ਨਾ ਦਿੱਤੀ ਜਾ ਸਕੇ, ਜਿਸ ਨੂੰ ਉਪਮਾ ਨਾ ਦਿੱਤੀ ਜਾ ਸਕੇ, ਉਹ ਉਪਮਾ ਤੋਂ ਵੀ ਰਹਿਤ ਹੈ। ਸੋ ਸਰੀਰਾਂ ਤੋਂ ਜਿਹੜਾ ਹੈ ਨਿੱਤਾ ਪ੍ਰਤੀ ਉਸ ਨੂੰ ਭਿੰਨ, ਜਿਹੜੇ ਤਿੰਨ ਸਰੀਰ ਹੈ, ਸੂਖਮ ਸਰੀਰ ਹੈ,
ਸਥੂਲ ਸਰੀਰ ਹੈ ਤੇ ਕਾਰਨ ਸਰੀਰ ਹੈ। ਇਹਨਾਂ ਤਿੰਨਾਂ ਸਰੀਰਾਂ ਤੋਂ ਹੀ ਉਹ ਭਿੰਨ ਹੈ। ਨਾ ਤਾਂ ਉਹ ਸਥੂਲ ਹੈ, ਨਾ ਸੂਖਮ ਹੈ, ਨਾ ਲਿੰਗ ਹੈ, ਸੋ ਕਾਰਨ ਵੀ ਨਹੀਂ ਹੈ। ਇਹਨਾਂ ਸਾਰਿਆਂ ਤੋਂ ਹੀ ਵੱਖਰਾ ਹੈ ਆਤਮਾ। ਸਾਖੀ ਰੂਪ ਨਹੀਂ ਪਰਸੇਨਾ, ਔਰ ਸਾਖੀ ਰੂਪ ਹੈ, ਸਾਖਿਆਤ ਰੂਪ ਦੇ ਵਿੱਚ ਹੈ, ਨਹੀਂ ਪਰਛਿਨ, ਪ੍ਰਗਟ ਹੈ, ਛੁਪਿਆ ਹੋਇਆ ਨਹੀਂ ਹੈ। ਸੋ ਇਸੇ ਤਰ੍ਹਾਂ ਪਰਛਿਨ ਦਾ ਅਰਥ ਹੁੰਦਾ ਹੈ ਵੀ ਜੋ ਸਭ ਜਗ੍ਹਾ ਦੇ ਉੱਤੇ ਹੋਵੇ, ਵਿਆਪਕ ਹੈ। ਆਪਾਂ ਤਾਂ ਥੋੜ੍ਹੀ ਜਗ੍ਹਾ 'ਤੇ ਆ ਨਾ। ਆਪਾਂ ਥੋੜ੍ਹੀ ਜਗ੍ਹਾ 'ਤੇ ਕਿਵੇਂ ਹੈ ਕਿ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਬੈਠੇ ਹਾਂ, ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਾਂ, ਪਰ ਆਪਾਂ ਘਰ ਤਾਂ ਨਹੀਂ ਹੈ ਨਾ। ਜਦੋਂ ਆਪਾਂ ਘਰੇ ਚਲੇ ਜਾਵਾਂਗੇ ਆਪਾਂ ਇੱਥੇ ਨਹੀਂ ਹੋਵਾਂਗੇ। ਪਰ ਆਤਮਾ ਇਸ ਤਰ੍ਹਾਂ ਨਹੀਂ, ਪਰਮਾਤਮਾ ਇਸ ਤਰ੍ਹਾਂ ਨਹੀਂ। ਨਾ ਆਤਮਾ ਇਸ ਤਰ੍ਹਾਂ, ਨਾ ਬ੍ਰਹਮ ਇਸ ਤਰ੍ਹਾਂ। ਉਹ ਤਾਂ ਸਰਬ ਵਿਆਪਕ ਹੈ, ਸਾਰੀਆਂ ਜਗ੍ਹਾ 'ਤੇ ਹੈ, ਸਾਖੀ ਰੂਪ ਹੈ ਔਰ ਪ੍ਰਗਟ ਰੂਪ ਵਿਆਪਕ ਹੈ। ਸਥੂਲ ਦੇਹ ਹੈ ਜਿਹੜੀ ਆ ਸਾਹਮਣੇ ਨਜ਼ਰ ਆ ਰਿਹਾ, ਹੱਡ ਮਾਸ ਚਮ ਦਾ ਸਰੀਰ ਆ ਜਿਹੜਾ ਸਥੂਲ ਮੋਟੇ ਤੌਰ 'ਤੇ ਜਿਹੜਾ ਦਿਖਾਈ ਦੇ ਰਿਹਾ, ਇਹ ਕਹਿੰਦੇ ਬਿਨਸਨਹਾਰ ਹੈ, ਬਿਨਸਣ ਵਾਲਾ ਹੈ। ਇਹ ਬਿਨਸਦਾ ਵੀ ਹੈ ਤੇ ਜਨਮ ਵੀ ਲੈਂਦਾ। ਜਨਮ ਅਤੇ ਮੌਤ ਦੋਵੇਂ ਹੁੰਦੇ ਹਨ। ਆਤਮਾ ਨੂੰ ਕਹਿੰਦੇ ਮਨ ਦੇ ਵਿੱਚ ਇਉਂ ਜਾਣ ਲਓ ਵੀ ਉਹ ਜਿਉਂਦਾ ਤਿਉਂ ਰਹਿੰਦਾ ਹੈ। ਕਹਿੰਦੇ ਆਵਨੀ ਧਰਤੀ ਦੇ ਉੱਤੇ ਪੈ ਜਾਵੇ ਤੇ ਚਾਹੇ ਸੇਜਾ ਸੁੰਦਰ ਵਿਛੀ ਹੋਵੇ, ਚੰਗੇ ਮਖਮਲੀ ਵਿਛਾਈ ਕੀਤੀ ਹੋਵੇ, ਸੁੰਦਰ ਸੇਜਾ ਵਿਛੀ ਹੋਵੇ, ਉਹਦੇ ਉੱਤੇ ਬਰਾਤ ਜਾਵੇ। ਸਥੂਲ ਦੇਹੀ ਹੈ ਜਿਹੜੀ, ਇਹ ਤਾਂ ਜੜ ਹੈ ਤੇ ਜੜ ਵਾਂਗੂ ਪੱਥਰ ਵਾਂਗੂ ਕਹਿੰਦੇ ਪੱਥਰ ਦੇ ਸੰਸਰ 'ਤੇ ਪਈ ਰਹਿੰਦੀ ਹੈ। ਜਿਵੇਂ ਪੱਥਰ ਪਿਆ ਰਹਿੰਦਾ ਨਾ, ਹੁਣ ਪੱਥਰ ਨੂੰ ਚਾਹੇ ਆਪਾਂ ਧਰਤੀ 'ਤੇ ਰੱਖ ਦਿਓ, ਚਾਹੇ ਸੋਹਣਾ ਬਿਸਤਰਾ ਵਿਛਾ ਕੇ ਉਹਦੇ 'ਤੇ ਰੱਖ ਦਿਓ, ਕੀ ਫਰਕ ਪੈਂਦਾ? ਉਹਨੇ ਪਿਆ ਹੀ ਰਹਿਣਾ। ਇਸੇ ਤਰ੍ਹਾਂ ਸੂਖਮ ਵਾਹਿਗੁਰੂ ਜਿਹੜਾ ਸਥੂਲ ਸਰੀਰ ਹੈ, ਇਹਨੂੰ ਜਿੱਥੇ ਮਰਜ਼ੀ ਰੱਖ ਦਿਓ, ਇਹਨੇ ਪਿਆ ਹੀ ਰਹਿਣਾ। ਇਹਨੂੰ ਆਪਣੇ ਆਪ ਵਿੱਚ ਕੋਈ ਅਨੁਭਵ ਨਹੀਂ, ਕਿਉਂਕਿ ਜੜ ਰੂਪ ਹੈ। ਹਾਂ, ਜਿਹੜੀ ਆਤਮਾ ਹੈ ਉਹ ਲਿੰਗ ਦੇ ਨੂੰ ਪ੍ਰਕਾਸ਼ ਕਰਦੀ ਹੈ। ਜਿਹੜਾ ਸੂਖਮ ਸਰੀਰ ਹੈ ਉਸ ਨੂੰ ਪ੍ਰਗਟ ਕਰਕੇ ਸਭ ਕੁਝ ਦਿਖਾਉਂਦਾ ਹੈ ਆਤਮਾ। ਜਿਵੇਂ ਅਨੇਕਾਂ ਪ੍ਰਕਾਰ ਦਾ ਸੁਪਨਾ ਆਉਂਦਾ ਨਾ, ਸੁਪਨ ਅਵਸਥਾ ਵਿੱਚ ਮਨੁੱਖ ਜਾਂਦਾ ਹੈ ਤੇ ਉਹਨੂੰ ਉਹਦਾ ਜਿਹੜਾ ਆਭਾਸ ਕਰਾਉਣਾ ਹੈ, ਉਹਨੂੰ ਪ੍ਰਗਟ ਕਰਕੇ ਦਿਖਾਉਣਾ ਹੈ। ਉਹ ਕੌਣ ਦਿਖਾਉਂਦਾ? ਉਹ ਆਪਾਂ ਨੂੰ ਆਤਮਾ ਦੱਸਦਾ ਅੰਦਰੋਂ। ਕਿਉਂਕਿ ਜਿਹੜਾ ਸਥੂਲ ਸਰੀਰ ਹੈ ਇਹ ਤਾਂ ਜਿੱਥੇ ਮਰਜ਼ੀ ਪਾ ਦਿਓ, ਜਿੱਥੇ ਮਰਜ਼ੀ ਪਿਆਰੇ, ਇਹਨੂੰ ਆਪਣੇ ਆਪ ਵਿੱਚ ਕੁਝ ਪਤਾ ਨਹੀਂ ਲੱਗਦਾ। ਅੰਦਰ ਜਿਹੜਾ ਜੀਵ ਆਤਮਾ ਹੈ, ਆਤਮਾ ਨਾ, ਉਹ ਸਭ ਕੁਝ ਸੁਪਨੇ ਵਗੈਰਾ ਸਾਨੂੰ ਦੱਸਦਾ ਹੈ। ਸੁਪਨੇ ਦੇ ਵਿੱਚ ਕਹਿੰਦੇ ਜਿਹੜੇ ਭਾਰੇ ਪਦਾਰਥ, ਵੱਡੇ ਵੱਡੇ ਪਦਾਰਥ ਹੈ, ਜਿਵੇਂ ਆਪਾਂ ਨੂੰ ਵੱਡੇ ਵੱਡੇ ਪਹਾੜ ਦਿਖਾਈ ਦਿੰਦੇ ਆ, ਵੱਡੇ ਵੱਡੇ ਸਮੁੰਦਰ ਦਿਖਾਈ ਦਿੰਦੇ ਆ, ਇਹ ਸਭ ਕੁਝ ਆਤਮਾ ਹੀ ਜਣਾਉਂਦਾ ਹੈ। ਔਰ ਜਿਹੜਾ ਸੁਪਨਾ ਆਪ ਵੀ ਹੈ, ਇੱਕ ਤਾਂ ਸੁਪਨੇ ਵਿੱਚ ਜਿਹੜੀਆਂ ਚੀਜ਼ਾਂ ਆਈਆਂ ਤੇ ਫਿਰ ਜਿਹੜੀ ਸੁਪਨੇ ਦੀ ਸਿਮਰਤੀ ਹੈ, ਉਹਨੂੰ ਵੀ ਪ੍ਰਕਾਸ਼ ਇਹਨਾਂ ਸਾਰਿਆਂ ਨੂੰ ਕੌਣ ਕਰਦਾ ਹੈ? ਆਤਮਾ। ਕਿਉਂਕਿ ਆਤਮਾ ਹੀ ਦੱਸਦਾ ਨਾ। ਆਪਾਂ ਸੁੱਤੇ ਪਏ ਜਦੋਂ ਉੱਠ ਖੜ੍ਹਦੇ ਹਾਂ, ਸਵੇਰ ਵੇਲੇ ਉੱਠ ਕੇ ਕਹਿੰਦੇ ਆ ਵੀ ਰਾਤ ਤਾਂ ਵੀ ਸੁਪਨੇ ਵਿੱਚ ਬੜੇ ਵੱਡੇ ਵੱਡੇ ਪਹਾੜ ਦਿਖਾਈ ਦਿੱਤੇ, ਬੜੇ ਮੈਂ ਸਮੁੰਦਰਾਂ ਵਿੱਚ ਘੁੰਮਦਾ ਫਿਰਿਆ, ਰਾਤ ਤਾਂ ਜੀ ਮੈਨੂੰ ਡੈਣ ਨੇ ਹੀ ਖਾ ਲੈਣਾ ਸੀ, ਰਾਤ ਤਾਂ ਮੈਂ ਸਮੁੰਦਰ ਦੇ ਵਿੱਚ ਡੋਬੀ ਚੱਲਿਆ ਸੀ, ਰਾਤ ਤਾਂ ਅੱਗ ਦੇ ਵਿੱਚ ਘਿਰ ਗਿਆ ਸੀ। ਜਿਹੜੀਆਂ ਵਸਤੂਆਂ ਦੇਖੀਆਂ ਉਹਨਾਂ ਨੂੰ ਕੌਣ ਦੱਸ ਰਿਹਾ? ਆਤਮਾ। ਕਿਉਂਕਿ ਸਥੂਲ ਸਰੀਰ ਆ ਤਾਂ ਸੁੱਤਾ ਪਿਆ ਸੀ, ਉਹਨੂੰ ਕੁਝ ਪਤਾ ਨਹੀਂ ਲੱਗਦਾ, ਜੜ ਹੈ। ਜਿਵੇਂ ਪਹਿਲਾਂ ਦੱਸਿਆ ਨਾ, ਉਹ ਪੱਥਰ ਦੀ ਤਰ੍ਹਾਂ ਪਿਆ ਰਹਿੰਦਾ, ਉਹਨੂੰ ਕੁਝ ਨਹੀਂ ਪਤਾ ਲੱਗਦਾ। ਪਰ ਸੁਪਨੇ ਵਿੱਚ ਜੋ ਕੁਝ ਵਾਪਰਿਆ, ਵਰਤਿਆ, ਦਿਖਾਈ ਦਿੱਤਾ, ਉਹ ਸਾਨੂੰ ਸਵੇਰ ਵੇਲੇ ਕੌਣ ਦੱਸਦਾ? ਕੋਈ ਹੋਰ ਤਾਂ ਨਹੀਂ ਦੱਸਦਾ, ਆਪਾਂ ਨੂੰ ਅੰਦਰੋਂ ਹੀ ਪਤਾ ਲੱਗਦਾ ਨਾ। ਅੰਦਰੋਂ ਜੋ ਸਾਨੂੰ ਗਿਆਨ ਦੇ ਰਿਹਾ ਉਹਨੂੰ ਆਤਮਾ ਕਹਿੰਦੇ ਆ। ਉਹ ਇਹ ਵੀ ਦੱਸਦਾ ਤੂੰ ਕੀ ਕੁਝ ਦੇਖਿਆ, ਤੇ ਇਹ ਵੀ ਦੱਸਦਾ ਵੀ ਰਾਤ ਤੈਨੂੰ ਸੁਪਨਾ ਆਇਆ। ਨਹੀਂ ਤਾਂ ਆਪਾਂ ਨੂੰ ਯਾਦ ਹੀ ਨਾ ਰਹੇ, ਚੇਤੇ ਹੀ ਨਾ ਰਹੇ ਵੀ ਸੁਪਨਾ, ਉਹ ਤਾਂ ਸੁੱਤਿਆ ਪਿਆ ਆਇਆ ਸੀ, ਲੰਘ ਗਿਆ। ਸਾਨੂੰ ਜੋ ਉਹਦਾ ਆਭਾਸ ਹੁੰਦਾ ਹੈ, ਪ੍ਰਗਟ ਕਰਕੇ ਦੱਸਦਾ ਹੈ, ਉਹ ਸਾਨੂੰ ਅੰਦਰੋਂ ਆਤਮਾ ਹੀ ਪ੍ਰਗਟ ਕਰਕੇ ਦਿਖਾਉਂਦਾ ਹੈ। ਜਦੋਂ ਕਹਿੰਦੇ ਸੁਖਪਤੀ ਸੁਖੋਪਤੀ ਅਵਸਥਾ ਹੁੰਦੀ ਹੈ, ਗਾੜੀ ਨੀਂਦ ਆ ਜਾਂਦੀ ਹੈ, ਜਦੋਂ ਘੂਕਰ ਨੀਂਦ ਵਾਲੀ ਅਵਸਥਾ ਹੁੰਦੀ ਹੈ, ਉਸ ਵੇਲੇ ਕਹਿੰਦੇ ਲਿੰਗ ਤਨ ਹੈ ਜਿਹੜਾ ਅੰਦਰਲਾ ਸਾਡਾ ਸੂਖਮ ਸਰੀਰ ਹੈ ਨਾ, 25 ਪ੍ਰਕਿਰਤੀਆਂ ਦਾ ਬਣਿਆ ਹੋਇਆ, ਗਿਆਨ ਇੰਦਰੀਆਂ ਦਾ। ਸੋ
ਇਹ ਜਿਹੜਾ ਹੈ ਮਨ ਬੁੱਧ ਚਿੱਤ ਹੰਕਾਰ ਇਤਿਆਦਿਕ ਜਿਹੜੇ ਸੂਖਮ ਜਿਹੜੇ ਤੱਤਾਂ ਦਾ ਜਿਹੜਾ 25 ਪ੍ਰਕਿਰਤੀਆਂ ਦਾ ਸਰੀਰ ਬਣਿਆ ਹੋਇਆ। ਸੋ ਕਹਿੰਦੇ ਉਸ ਦਾ ਵੀ ਉਸ ਵੇਲੇ ਅਭਾਵ ਹੋ ਜਾਂਦਾ ਹੈ। ਜੀਵ ਆਤਮਾ ਨਾ ਜਿਹੜਾ ਇਹ ਕਹਿੰਦੇ ਇੰਦਰ ਸਰੂਪ ਹੈ। ਜਿਵੇਂ ਇੰਦਰ 33 ਕਰੋੜ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ ਇੰਦਰ ਨੂੰ। ਸੋ ਇਸੇ ਤਰ੍ਹਾਂ ਇਹ ਤਿੰਨੇ ਸਰੀਰਾਂ ਦਾ, ਸਥੂਲ ਦੇਹ ਦਾ, ਲਿੰਗ ਦੇਹ ਦਾ, ਕਾਰਨ ਦੇਹ ਦਾ, ਇਹਨਾਂ ਸਾਰਿਆਂ ਦਾ ਰਾਜਾ ਰੂਪ ਹੈ, ਇੰਦਰ ਰੂਪ ਹੈ ਆਤਮਾ। ਤੇ ਇਹ ਜਿਹੜਾ ਜੀਵ ਆਤਮਾ ਹੈ ਇਹ ਕਹਿੰਦੇ ਜਿਵੇਂ ਇੰਦਰ ਦੇ ਨਾਲ ਉਹਦੀ ਘਰ ਵਾਲੀ ਸੱਚੀ ਹੁੰਦੀ ਹੈ ਨਾ, ਉਸੇ ਤਰ੍ਹਾਂ ਇਹ ਵੀ ਨਾਲ ਆਪਣੀ ਇੱਕ ਇੰਦਰਾਣੀ ਰੱਖਦਾ, ਆਪਣੀ ਘਰ ਵਾਲੀ ਰੱਖਦਾ। ਉਹ ਕੀ ਹੈ? ਬੁੱਧ ਅਨੂਪ, ਉਪਮਾ ਤੋਂ ਰਹਿਤ ਜਿਹੜੀ ਬੁੱਧੀ ਹੈ ਇਹ ਉਸਦੀ ਇੰਦਰਾਣੀ ਹੈ। ਰਹਿੰਦੇ ਕਿੱਥੇ ਹੈ? ਕਹਿੰਦੇ ਸਾਡਾ ਜਿਹੜਾ ਹਿਰਦੇ ਰੂਪੀ ਸਾਧਨ ਨਾਮ ਹੈ ਘਰ ਦਾ, ਹਿਰਦੇ ਰੂਪੀ ਘਰ ਦੇ ਵਿੱਚ ਵਿਸ਼ਰਾਮ ਕਰਦੇ ਹਨ। ਹਾਂ ਕਹਿੰਦੇ ਤਬ ਲਓ ਤਦੋਂ ਤੱਕ, ਕਹਿੰਦੇ ਜਦੋਂ ਇਹ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵਸਦੇ ਹੈ ਉਸ ਵੇਲੇ ਕਹਿੰਦੇ ਸੁਖੋਪਤੀ ਅਵਸਥਾ ਹੁੰਦੀ ਹੈ। ਸੁਖੋਪਤੀ ਅਵਸਥਾ ਦੇ ਵਿੱਚ ਜਿਹੜੀ ਸੁੱਖਾਂ ਦਾ ਧਾਮ ਹੈ, ਸੁੱਖਾਂ ਦਾ ਘਰ ਹੈ, ਉਸ ਦੇ ਵਿੱਚ ਵਸਦੇ ਹਨ। ਫਿਰ ਕਹਿੰਦੇ ਜਦੋਂ ਸੁਖੋਪਤੀ ਅਵਸਥਾ ਖਤਮ ਹੋ ਜਾਂਦੀ ਹੈ, ਮਨੁੱਖ ਜਾਗ ਪੈਂਦਾ, ਉਸ ਵੇਲੇ ਕਹਿੰਦੇ ਅੰਦਰ ਬੈਠਾ ਜਿਹੜਾ ਜੀਵ ਆਤਮਾ ਰੂਪੀ ਇੰਦਰ ਹੈ ਤੇ ਬੁੱਧੀ ਰੂਪੀ ਇੰਦਰਾਣੀ ਹੈ, ਇਹ ਵੀ ਨਾਲ ਹੀ ਉੱਠ ਖੜ੍ਹਦੇ ਹਨ। ਇੰਦਰ ਜਿਹੜਾ ਇੰਦਰ ਹੈ ਆਤਮਾ ਰੂਪ ਇੰਦਰ, ਇਹ ਬੁੱਧੀ ਰੂਪੀ ਰਾਣੀ ਨੂੰ ਲੈ ਕੇ ਉੱਠ ਖਲੋਂਦਾ ਹੈ। ਫਿਰ ਸਾਰੇ ਸਰੀਰ ਨੂੰ ਸਾਵਧਾਨ ਕਰ ਦਿੰਦਾ। ਆਪਾਂ ਨੂੰ ਪਤਾ ਲੱਗਣ ਲੱਗ ਪੈਂਦਾ ਵੀ ਹੁਣ ਅਸੀਂ ਜਾਗ ਪਏ ਹਾਂ, ਸਭ ਕੁਝ ਪ੍ਰਤੱਖ ਦਿਖਾਈ ਦੇਣ ਲੱਗ ਪੈਂਦਾ, ਸਾਵਧਾਨ ਹੋ ਜਾਂਦੇ ਹਾਂ। ਕਦੋਂ ਹੁੰਨੇ ਆ? ਜਾਗਰਤ ਅਵਸਥਾ ਕੋ ਜਬ ਪਾਏ, ਜਦੋਂ ਅਸੀਂ ਜਾਗਰਤ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਾਂ, ਜਾਗ ਪੈਂਦੇ ਹਾਂ। ਉਸ ਵੇਲੇ ਜਿਹੜੇ ਵਿਸ਼ੇ ਹਨ ਉਹਨਾਂ ਨੂੰ ਸਹਿਜ ਸੁਭਾਈ ਅਸੀਂ ਪਕੜ ਕਰ ਲੈਂਦੇ ਹਾਂ ਉਹਨਾਂ ਦੀ। ਤੇ ਜਿਹੜੇ ਵਿਸ਼ੇ ਹੈ ਉਹਨਾਂ ਨੂੰ ਕਿਵੇਂ ਫੜਦਾ ਹੈ ਜਿਹੜਾ ਇਹ ਅੰਦਰਲਾ ਜੀਵ ਆਤਮਾ ਹੈ, ਜਿਹੜਾ ਕਹਿੰਦੇ ਲਹਿ ਸਥਿਰਤਾ ਲੋਚਨ ਦਾਏ। ਫਿਰ ਇਹ ਕਹਿੰਦੇ ਸਥਿਰ ਹੋ ਜਾਂਦਾ ਹੈ ਦਾਏ ਲੋਚਨ ਦੇ ਵਿੱਚ, ਸੱਜੇ ਪਾਸੇ ਵਾਲੇ ਨੇਤਰ ਦੇ ਵਿੱਚ। ਤੇ ਜਿਹੜੀ ਇਹਦੀ ਇੰਦਰਾਣੀ ਬੁੱਧੀ ਹੈ ਉਹ ਕਹਿੰਦੇ ਖੱਬੇ ਨੇਤਰ ਦੇ ਵਿੱਚ ਟਿਕ ਜਾਂਦੀ ਹੈ। ਸੋ ਫਿਰ ਕਹਿੰਦੇ ਇੰਦਰੀਆਂ ਦੇ ਜਿਹੜੇ ਵਿਸ਼ੇ ਹੈ ਉਹਨਾਂ ਨੂੰ ਪ੍ਰਕਾਸ਼ਿਤ ਕਰਦੀ ਹੈ, ਕਿਉਂਕਿ ਜਿਹੜੇ ਮਨ ਜਾਂ ਬੁੱਧੀ ਹੈ ਇਹ ਜਦੋਂ ਵਿਸ਼ਿਆਂ ਦਾ ਸੁੱਖ ਮਾਣਨਾ ਚਾਹੁੰਦੀ ਹੈ ਤਾਂ ਇਹ ਇੰਦਰੀਆਂ ਦੇ ਰਾਹੀਂ ਮਾਣਦੀ ਹੈ। ਆਪਣੇ ਆਪ ਇੰਦਰੇ ਸੁੱਖ ਨਹੀਂ ਮਾਣ ਸਕਦੇ, ਇੰਦਰੇ ਕੁਝ ਨਹੀਂ ਕਰ ਸਕਦੇ। ਸੋ ਕਹਿੰਦੇ ਇੰਦਰਿਆ ਵਿਸ਼ੈ ਪ੍ਰਕਾਸ਼ਨ ਠਨ ਹੈ। ਸੋ ਇੰਦਰੀਆਂ ਦੇ ਨਾਲ ਹੀ ਵਿਸ਼ਿਆਂ ਦਾ ਇਹ ਪ੍ਰਕਾਸ਼ ਕਰਦੀ ਹੈ, ਵਿਸ਼ਿਆਂ ਨੂੰ ਪ੍ਰਗਟ ਕਰਦੀ ਹੈ ਜੋ ਮਨ ਦੀ ਬਿਰਤੀ ਹੈ। ਕਿਉਂਕਿ ਜਦੋਂ ਮਨ ਦੀ ਬਿਰਤੀ ਕਹਿੰਦੀ ਹੈ ਵੀ ਮੈਂ ਆ ਜਿਹੜਾ ਰੂਪ ਦੇਖਣਾ ਹੈ, ਚੰਗਾ ਰੂਪ ਦੇਖਣਾ, ਮਾੜਾ ਰੂਪ ਦੇਖਣਾ ਹੈ, ਤੇ ਉਹਨਾਂ ਦਾ ਜਿਹੜਾ ਕੰਮ ਕੌਣ ਕਰਦਾ? ਗਿਆਨ ਇੰਦਰੇ ਕਰਦੇ ਆ, ਸਾਡੇ ਨੇਤਰ ਕਰਦੇ ਆ। ਨੇਤਰ ਦੇਖਦੇ ਜ਼ਰੂਰ ਹੈ ਪਰ ਇਹਨਾਂ ਨੂੰ ਆਪਣੇ ਆਪ ਨੂੰ ਪਤਾ ਨਹੀਂ ਵੀ ਕੀ ਚੰਗਾ ਕੀ ਮਾੜਾ। ਅੰਦਰ ਜਿਹੜੀ ਮਨ ਦੀ ਬਿਰਤੀ ਹੈ ਨਾ ਉਹ ਦੱਸਦੀ ਹੈ ਵੀ ਤੂੰ ਚੰਗਾ ਦੇਖ ਰਿਹਾ, ਤੂੰ ਮਾੜਾ ਦੇਖ ਰਿਹਾ। ਕੰਨ ਗਿਆਨ ਇੰਦਰ ਹੈ, ਕੰਨਾਂ ਨੂੰ ਆਪਣੇ ਆਪ ਵਿੱਚ ਕੁਝ ਪਤਾ ਨਹੀਂ, ਕਿਉਂਕਿ ਤੇ ਸਥੂਲ ਆ ਨਾ, ਜੜ ਹੈ, ਇਹਨਾਂ ਨੂੰ ਆਪਣੇ ਆਪ ਵਿੱਚ ਕੁਝ ਪਤਾ ਨਹੀਂ। ਜਦੋਂ ਮਨ ਦੀ ਬਿਰਤੀ ਕਹਿੰਦੀ ਹੈ ਫਿਰ ਉਹ ਬਾਹਰਲੇ ਸ਼ਬਦਾਂ ਨੂੰ ਪਕੜਦੀ ਹੈ, ਪਤਾ ਲੱਗਦਾ ਵੀ ਕਿਸੇ ਨੇ ਤੈਨੂੰ ਜੀ ਆਇਆਂ ਨੂੰ ਕਿਹਾ ਕਿ ਤੈਨੂੰ ਗਾਲ ਕੱਢੀ ਹੈ। ਸੋ ਇਸ ਕਰਕੇ ਜਿਹੜਾ ਮਨ ਦੀ ਬਿਰਤੀ ਇਹਨਾਂ ਵਿਸ਼ਿਆਂ ਨੂੰ ਪ੍ਰਗਟ ਕਰਦੀ ਹੈ। ਹਾਂ ਕਹਿੰਦੇ ਜਦੋਂ ਵਿਸ਼ੇ ਜਿਹੜੇ ਹੈ ਇੰਦਰੇ ਜਿਹੜੇ ਵਿਸ਼ਿਆਂ ਦੀ ਪਕੜ ਕਰਨ ਲੱਗ ਪੈਂਦੇ ਆ, ਪ੍ਰਗਟ ਕਰਨ ਲੱਗ ਪੈਂਦੇ ਆ, ਉਸ ਵੇਲੇ ਕਹਿੰਦੇ ਸੁਪਨ ਅਵਸਥਾ ਅਤੇ ਸੁਖੋਪਤੀ ਅਵਸਥਾ ਦੋਵੇਂ ਹਾਨ ਹੋ ਜਾਂਦੀਆਂ ਹਨ, ਦੋਵੇਂ ਖਤਮ ਹੋ ਜਾਂਦੀਆਂ ਹਨ। ਇਸ ਕਰਕੇ ਜਿਹੜੀਆਂ ਤਿੰਨ ਅਵਸਥਾਵਾਂ ਹਨ ਇਹ ਮਿਥਿਆ ਹਨ, ਨਾਸ਼ਵਾਨ ਹਨ। ਸੋ ਇਸੇ ਤਰ੍ਹਾਂ ਸਰੀਰ ਦੀਆਂ ਜਿਹੜੀਆਂ ਵਿਵਸਥਾਵਾਂ ਤਿੰਨ, ਇਹ ਵੀ ਜਿਵੇਂ ਜਾਗਰਤ, ਸੁਪਨ, ਸੁਖੋਪਤੀ, ਇਹ ਨਾਸ਼ਵਾਨ ਹੈ। ਇਸੇ ਤਰ੍ਹਾਂ
ਬਾਲਪਣ, ਯੁਵਾਪਣ, ਜਵਾਨੀ ਅਤੇ ਬਿਰਧ ਅਵਸਥਾ, ਇਹ ਵੀ ਕਹਿੰਦੇ ਇਹ ਮਿਥਿਆ ਹਨ। ਸੋ ਇਹ ਜਿਹੜੇ ਉਪਰੋਕਤ ਸਾਰੇ ਵਚਨ ਕਹੇ ਹੈ, ਇਹਨਾਂ ਨੂੰ ਜਦੋਂ ਕੋਈ ਮਨੁੱਖ ਬਾਰ-ਬਾਰ ਵਿਚਾਰਦਾ ਹੈ, ਇਹਨਾਂ ਨੂੰ ਵਾਰ-ਵਾਰ ਵਿਚਾਰਨਾ ਕਰਦਾ ਹੈ, ਤਾਂ ਕਹਿੰਦੇ ਭਾਈ ਇਹਦਾ ਨਾਮ ਮੰਨਣ ਗਿਆਨ ਹੈ। ਕਹਿੰਦੇ ਇਹਦਾ ਨਾਮ ਵਿਚਾਰ ਲਓ ਵੀ ਇਹ ਮੰਨਣ ਗਿਆਨ ਹੈ। ਸੋ ਕਹਿੰਦੇ ਮਨ ਦੀਆਂ ਜਿਹੜੀਆਂ ਬਿਰਤੀਆਂ ਹੈ ਇਹ ਪੰਜ ਵਿਧ, 5 ਪ੍ਰਕਾਰ ਦੀਆਂ ਹਨ। ਪਹਿਲੀ ਦਾ ਨਾਮ ਪ੍ਰਮਾਣ ਹੈ ਔਰ ਦੂਸਰੀ ਵਿਪਰਜੈ ਹੈ। ਸੋ ਇਸੇ ਪ੍ਰਕਾਰ ਕਹਿੰਦੇ ਤੀਜੀ ਹੈ ਵਿਕਲਪ, ਚੌਥੀ ਹੈ ਨਿੰਦਰਾ ਤੇ ਪੰਜਵੀਂ ਸਿਮਰਤੀ ਜਾਣ ਲਵੋ। ਹੁਣ ਕਹਿੰਦੇ ਅੱਗੇ ਸੁਣੋ ਵੀ ਜਿਹੜਾ ਸਰੂਪ ਹੈ ਇਹਨਾਂ ਦਾ, ਪ੍ਰਮਾਣ ਦਾ ਸਰੂਪ ਕੀ ਹੈ, ਪ੍ਰਮਾਣ ਦਾ ਲੱਛਣ ਕੀ ਹੈ, ਉਹ ਦੱਸਦੇ ਹਨ ਕਿ ਪ੍ਰਮਾਣ ਕੀ ਹੈ। ਅੰਤਸ਼ਕਰਨ ਦੀ ਮਨ ਦੀ ਜਿਹੜੀ ਬਿਰਤੀ ਹੈ, ਇੰਦਰਾ ਦੁਆਰਾ ਨਿਕਰੈ ਸੋਏ। ਜਿਵੇਂ ਪਹਿਲਾਂ ਦੱਸਿਆ ਵੀ ਇੰਦਰੀਆਂ ਦੁਆਰਾ ਹੀ ਉਹ ਬਾਹਰ ਨਿਕਲ ਕੇ ਆਉਂਦੀ ਹੈ ਮਨ ਦੀ ਬਿਰਤੀ, ਆਪਣੇ ਆਪ ਵਿੱਚ ਕੁਝ ਨਹੀਂ ਕਰ ਸਕਦੀ। ਮਨ ਜਿਹੜਾ ਹੈ, ਮਨ ਦੀ ਬਿਰਤੀ ਹੈ, ਉਹ ਇੰਦਰੀਆਂ ਨੂੰ ਪ੍ਰੇਰਨਾ ਕਰਦੀ ਹੈ, ਇੰਦਰੀਆਂ ਦੁਆਰਾ ਹੀ ਬਾਹਰ ਨਿਕਲਦੀ ਹੈ। ਫਿਰ ਉਹ ਦੱਸਦੀ ਹੈ ਵੀ ਸਾਹਮਣੇ ਨਾਨਾ ਘਟ ਅਨੇਕਾਂ ਘੜੇ ਪਏ ਹੈ ਔਰ ਪਟ ਧਰੇ ਪਦਾਰਥ, ਅਨੇਕਾਂ ਕੱਪੜਿਆਂ ਦੇ ਥਾਨ ਪਏ ਹੈ, ਸੋਹਣੇ ਸੋਹਣੇ ਕੱਪੜੇ ਪਏ ਹੈ। ਇਹ ਮਨ ਦੀ ਬਿਰਤੀ ਦੱਸਦੀ ਹੈ। ਅੱਖਾਂ ਨੂੰ ਕੁਝ ਵੀ ਪਤਾ ਨਹੀਂ, ਅੱਖਾਂ ਨਹੀਂ, ਅੱਖਾਂ ਸਿਰਫ ਦੇਖਣ ਦਾ ਕੰਮ ਕਰਦੀਆਂ। ਗਿਆਨ ਇੰਦਰਾ ਹੈ, ਪਰ ਗਿਆਨ ਕੌਣ ਕਰਾਉਂਦਾ? ਇਹ ਮਨ ਦੀ ਬਿਰਤੀ ਕਰਾਉਂਦੀ ਹੈ। ਅਤੇ ਧਰੇ ਪਦਾਰਥ, ਹੋਰ ਬਹੁਤ ਸਾਰੇ ਜਿਹੜੇ ਪਦਾਰਥ ਹੈ, ਬਹੁਤ ਸਾਰੇ ਘੜੇ ਹੈ, ਬਹੁਤ ਸਾਰੇ ਕੱਪੜਿਆਂ ਦੇ ਥਾਨ ਪਏ ਹੈ, ਹੋਰ ਬਹੁਤ ਸਾਰੇ ਪਦਾਰਥ। ਉਦਾਹਰਨਾਂ ਦਿੱਤੀਆਂ। ਕੋਈ ਵੀ ਚੀਜ਼ ਜਿਹੜੀ ਸਾਹਮਣੇ ਦਿਸਦੀ ਹੈ ਨਾ, ਉਹ ਕਹਿੰਦੇ ਨੇਤਰ ਆਪ ਨਹੀਂ ਦੇਖਦੇ, ਇੰਦਰੇ ਆਪ ਨਹੀਂ ਦੇਖਦੇ, ਮਨ ਦੀ ਬਿਰਤੀ ਪ੍ਰਗਟ ਕਰਦੀ ਹੈ। ਸੋ ਉਹਨਾਂ ਨੂੰ ਜਿਹੜਾ ਯਥਾਰਥ ਰੂਪ ਦੇ ਵਿੱਚ, ਅਸਲ ਰੂਪ ਦੇ ਵਿੱਚ ਜਾਣਨਾ ਹੈ। ਸੋ ਕਹਿੰਦੇ ਦੁੱਤੀ, ਇਹ ਤਾਂ ਕਹਿੰਦੇ ਹੈ ਪਹਿਲਾ ਇਹ ਪ੍ਰਮਾਣ। ਦੂਜਾ ਹੈ ਕਹਿੰਦੇ ਦੁੱਤੀ ਹੈ ਵਿਪਰਜੈ। ਵਿਪਰਜੈ ਕਿਸ ਨੂੰ ਕਹਿੰਦੇ ਹਨ ਦੱਸਦੇ ਨੇ। ਜਿਵੇਂ ਕਹਿੰਦੇ ਰੱਜੂ, ਰੱਸੀ ਪਈ ਹੈ, ਟੇਢੀ ਮੇਢੀ ਰੱਸੀ ਪਈ ਹੈ, ਅਤੇ ਉਸ ਵੇਲੇ ਜਿਹੜਾ ਪੂਰਾ ਨਾ ਤਾਂ ਹਨੇਰਾ ਹੈ ਅਤੇ ਨਾ ਹੀ ਪੂਰਾ ਚਾਨਣ ਹੈ। ਕਿਉਂਕਿ ਜੇ ਹਨੇਰਾ ਹੋਏਗਾ ਫਿਰ ਤਾਂ ਦਿਸਣੀ ਨਹੀਂ, ਪਤਾ ਹੀ ਨਹੀਂ ਲੱਗਣਾ ਵੀ ਰੱਸੀ ਹੈ ਜਾਂ ਸੱਪ ਹੈ, ਮਨੁੱਖ ਕੋਲੋਂ ਦੀ ਲੰਘ ਜਾਵੇਗਾ। ਅਤੇ ਜੇ ਚਾਨਣ ਹੈ ਫਿਰ ਪ੍ਰਤੱਖ ਰੂਪ ਵਿੱਚ ਪਤਾ ਲੱਗ ਜਾਏਗਾ ਵੀ ਰੱਸੀ ਪਈ ਹੈ, ਸੱਪ ਨਹੀਂ ਹੈ। ਕਹਿੰਦੇ ਇਹਨੂੰ ਕਹਿੰਦੇ ਆ ਵਿਪਰਜੈ। ਜਦੋਂ ਹਨੇਰਾ ਵੀ ਨਹੀਂ, ਚਾਨਣ ਵੀ ਨਹੀਂ, ਵਸਤੂ ਕੋਈ ਹੋਰ ਹੈ, ਉਹਦੇ ਵਿੱਚੋਂ ਕੋਈ ਹੋਰ ਭਾਸਣਾ, ਹੋਰ ਭੁਲੇਖਾ ਪੈਣਾ। ਜਿਵੇਂ ਰੱਸੀ ਦੇ ਵਿੱਚੋਂ ਟੇਢੀ ਮੇਢੀ ਰੱਸੀ ਪਈ ਹੈ, ਉਹਦੇ ਵਿੱਚੋਂ ਸੱਪ ਦਿਖਾਈ ਦਿੰਦਾ ਹੈ, ਇਹਨੂੰ ਕਹਿੰਦੇ ਵਿਪਰਜੈ ਕਹਿੰਦੇ ਹਨ। ਅੱਗੇ ਦੱਸਦੇ ਹੈ ਕਿ ਵਿਕਲਪ, ਵਿਕਲਪ ਕੀ ਹੈ? ਵਿਕਲਪ ਦਾ ਰੂਪ ਕੀ ਹੈ, ਵਿਕਲਪ ਬਿਰਤੀ ਕੀ ਹੈ, ਉਹ ਦੱਸ ਰਹੇ ਹਨ। ਕਿਸੇ ਸ਼ਬਦ ਦਾ ਅਰਥ ਜਾਣ ਲੈਣਾ। ਕਿਸੇ ਨੇ ਕੋਈ ਸ਼ਬਦ ਬੋਲਿਆ, ਉਹਦਾ ਅਰਥ ਆਪਾਂ ਜਾਣ ਲਿਆ ਵੀ ਇਹਦਾ ਇਹ ਮਤਲਬ ਹੈ, ਪਰ ਉਹਦੇ ਤਾਤ ਪਰਜ ਦੇ ਵਿੱਚ, ਉਹਦੇ ਸਿਧਾਂਤ ਦੇ ਵਿੱਚ ਸੰਦੇਹ ਰਹਿ ਜੇ, ਸ਼ੰਕਾ ਰਹਿ ਜੇ। ਅਰਥ ਤਾਂ ਆਪਾਂ ਨੂੰ ਸਮਝ ਤਾਂ ਲੱਗ ਗਈ ਵੀ ਫਲਾਣੇ ਬੰਦੇ ਨੇ ਕੀ ਕਿਹਾ, ਪਰ ਉਹਨੇ ਕਿਉਂ ਕਿਹਾ, ਕਾਹਦੇ ਬਾਰੇ ਕਿਹਾ, ਇਸ ਗੱਲ ਦੇ ਵਿੱਚ ਆਪਾਂ ਨੂੰ ਜਦੋਂ ਥੋੜ੍ਹਾ ਜਿਹਾ ਸ਼ੰਕਾ, ਥੋੜ੍ਹਾ ਜਿਹਾ ਸੰਦੇਹ ਰਹਿ ਜਾਵੇ ਅਤੇ ਨਿਸ਼ਚਾ ਨਾ ਹੋਵੇ ਵੀ ਇਹ ਅਸਲ ਦੇ ਵਿੱਚ ਗੱਲ ਕੀ ਸੀ ਅਤੇ ਮੈਂ ਕੀ ਸੁਣਿਆ, ਸੁਣ ਕੇ ਗੱਲ ਦੀ ਥੋੜ੍ਹੀ ਬਹੁਤੀ ਸਮਝ ਲੱਗ ਜਾਵੇ, ਪਰ ਉਹਦੇ ਤਾਤਪਰਜ ਨੂੰ, ਉਹਦੇ ਅਰਥ ਨੂੰ, ਉਹਦੇ ਸਿਧਾਂਤ ਨੂੰ ਨਾ ਸਮਝਣਾ। ਕਹਿੰਦੇ ਇਸ ਨੂੰ, ਇਹ ਇਸ ਪ੍ਰਕਾਰ ਦੀ ਜਿਹੜੀ ਬਿਰਤੀ ਹੈ, ਇਹਨੂੰ ਵਿਕਲਪ ਬਿਰਤੀ ਕਹਿੰਦੇ ਹਨ। ਅੱਗੇ ਦੱਸਦੇ ਹਨ ਕਿ ਨਿੰਦਰਾ ਦੀ ਅਵਸਥਾ ਕੀ ਹੈ, ਨਿੰਦਰਾ ਬਿਰਤੀ ਕੀ ਹੈ।
ਸੋ ਕਹਿੰਦੇ ਗਿਆਨ ਦਾ ਅਭਾਵ ਹੋ ਜਾਣਾ ਤੇ ਸਭ ਕੁਝ ਮਨ ਦੀ ਬਿਰਤੀ ਦੇ ਆਸਰੇ ਹੋਣਾ, ਨਿੰਦਰਾ ਬਿਰਤੀ ਕੈ ਸਮਝੋ ਚਿਤ। ਉਹਨੂੰ ਕਹਿੰਦੇ ਨਿੰਦਰਾ ਬਿਰਤੀ ਕਹਿੰਦੇ ਹਨ। ਇਸ ਨੂੰ ਚਿੱਤ ਦੇ ਵਿੱਚ ਸਮਝ ਲਵੋ। ਜਾਗਰਤ ਸੁਪਨਾ ਜੋਗਰਤ ਅਭਾਵ। ਜਿੱਥੇ ਕਹਿੰਦੇ ਜਾਗਰਤ ਅਵਸਥਾ ਦਾ ਵੀ ਅਤੇ ਸੁਪਨ ਅਵਸਥਾ ਦੇ ਵੀ ਅਭਾਵ ਹੋ ਜਾਂਦਾ, ਭਾਵ ਦੋਵੇਂ ਬਿਰਤੀਆਂ ਦੋਵੇਂ ਅਵਸਥਾਵਾਂ ਖਤਮ ਹੋ ਜਾਣ, ਤੇ ਉਸ ਵੇਲੇ ਜਿਹੜਾ ਕਰਨਹਾਰ ਹੈ ਉਹ ਤਮੋ ਗੁਣ ਦੇ ਭਾਵ ਦੇ ਸਹਿਤ ਹੋਵੇ। ਤਮੋ ਗੁਣ ਦੇ ਸਹਿਤ ਹੁੰਦਾ ਹੈ। ਕਹਿੰਦੇ ਸੁਖੋਪਤੀ ਅਵਸਥਾ ਦੇ ਵਿੱਚ ਜਦੋਂ ਕਹਿੰਦੇ ਤਮੋ ਗੁਣ ਨੂੰ ਗ੍ਰਹਿਣ ਕਰ ਲਵੇ, ਉਸ ਬਿਰਤੀ ਦਾ ਨਾਮ ਕਹਿੰਦੇ ਨਿੰਦਰਾ ਬਿਰਤੀ ਕਿਹਾ ਜਾਂਦਾ ਹੈ। ਉਸ ਨੂੰ ਨਿੰਦਰਾ ਬਿਰਤੀ ਕਹਿੰਦੇ ਹਨ। ਅੱਗੇ ਦੱਸਦੇ ਹਨ ਕਿ ਸਿਮਰਤੀ ਚੇਤਾ ਕੀ ਹੈ। ਪ੍ਰਥਮ ਸਮੇਂ ਪਹਿਲੇ ਸਮੇਂ ਦੇ ਵਿੱਚ ਜਦੋਂ ਕੁਝ ਅਨੁਭਵ ਕੀਤਾ ਹੋਵੇ ਤੇ ਹੋਰ ਕਿਸੇ ਸਮੇਂ ਦੇ ਵਿੱਚ ਭੂਤਕਾਲ ਦੇ ਵਿੱਚ ਕੋਈ ਅਨੁਭਵ ਕੀਤਾ ਹੈ ਤੇ ਅੱਗੇ ਜਿਹੜਾ ਕੋਈ ਹੋਰ ਸਮਾਂ ਆਇਆ ਵਰਤਮਾਨ ਸਮਾਂ, ਉਹ ਜਿਹੜੀ ਗੱਲ ਬੀਤੇ ਦੀ ਹੋ ਗਈ ਤੇ ਉਸ ਨੂੰ ਚੇਤੇ ਕਰਨਾ, ਸੱਚ ਜਾਣ ਕੇ ਉਸ ਗੱਲ ਨੂੰ ਚਿਤਾਰਨਾ। ਜਿਵੇਂ ਆਪਾਂ ਨੂੰ ਕੋਈ ਮਨੁੱਖ ਮਿਲਿਆ ਹੋਵੇ ਤੇ ਆਪਾਂ ਉਹਦੇ ਵੱਲ ਦੇਖਦੇ ਰਹਿੰਦੇ ਹਾਂ, ਫਿਰ ਸੋਚਦੇ ਹਾਂ ਵੀ ਹਾਂ ਇਹ ਤਾਂ ਉਹੀ ਬੰਦਾ ਜਿਹੜਾ ਆਪਾਂ ਨੂੰ ਫਲਾਣੀ ਜਗ੍ਹਾ ਮਿਲਿਆ ਸੀ। ਆਪਾਂ ਕਹਿੰਦੇ ਹਾਂ ਵੀ ਹਾਂ ਇਹਨੂੰ ਪੂਰਬ ਪਹਿਲਾਂ ਕਿਸੇ ਥਾਂ ਦੇ ਉੱਤੇ ਜੋਇਆ ਦੇਖਿਆ ਹੈ। ਜਦੋਂ ਕਹਿੰਦੇ ਜਿਸ ਕਰਕੇ ਜਿਸ ਕਾਰਨ ਕਰਕੇ ਚਿੱਤ ਦੇ ਵਿੱਚ ਕਹਿੰਦੇ ਇਹ ਜਿਹੜੀ ਸੋਚ ਵਾਲੀ ਜਿਹੜੀ ਬਿਰਤੀ ਪੈਦਾ ਹੋਵੇ, ਉਸ ਨੂੰ ਕਹਿੰਦੇ ਸਿਮਰਤ ਬਿਰਤੀ ਜਾਣ ਲਵੋ। ਅੱਗੇ ਦੱਸਦੇ ਆ ਵੀ ਸਥਿਤੀ ਕਿਸ ਦਾ ਨਾਮ ਹੈ। ਜਦੋਂ ਕਹਿੰਦੇ ਇਹ ਜਿਹੜੀਆਂ ਉਪਰੋਕਤ ਪੰਜ ਬਿਰਤੀਆਂ ਦੱਸੀਆਂ ਨਾ, ਨਿੰਦਰਾ ਪ੍ਰਮਾਣ ਹੈ, ਨਿੰਦਰਾ ਹੈ, ਵਿਪਰਜਾ ਹੈ, ਵਿਕਲਪ ਹੈ, ਸੋ ਇਹ ਜਿਹੜੀਆਂ ਪੰਜੇ ਪ੍ਰਕਾਰ ਦੀਆਂ ਬਿਰਤੀਆਂ ਹਨ, ਕਹਿੰਦੇ ਇਹਨਾਂ ਪੰਜੇ ਹੀ ਬਿਰਤੀਆਂ ਤੋਂ ਬਿਨਾਂ ਜਦੋਂ ਚਿੱਤ ਹੋ ਜਾਵੇ ਤੇ ਆਤਮ ਸਰੂਪ ਵਾਲੀ ਦਿਸ਼ਾ ਦੇ ਵੱਲ ਨੂੰ ਚੱਲ ਪਵੇ। ਜਦੋਂ ਕਹਿੰਦੇ ਮਨ ਦਾ ਪ੍ਰਵਾਹ ਇਸ ਤਰੀਕੇ ਦੇ ਨਾਲ ਚੱਲ ਪਵੇ, ਕਹਿੰਦੇ ਇਸ ਦਾ ਨਾਮ ਸਥਿਤੀ ਕਿਹਾ ਜਾਂਦਾ ਹੈ। ਇਹ ਜਿਹੜੀ ਛੇਵੀਂ ਅਵਸਥਾ ਹੈ, ਸੋ ਕਹਿੰਦੇ ਇਸ ਦਾ ਨਾਮ ਸਥਿਤੀ ਹੈ। ਅੱਗੇ ਅਭਿਆਸ ਦੱਸਣਗੇ। ਸੋ ਇਸੇ ਪ੍ਰਕਾਰ ਹੋਰ ਜਿਵੇਂ ਸ਼ਰਵਣ, ਮੰਨਣ, ਨਿਧਿਆਸਣ, ਇਹਨੂੰ ਹੋਰ ਖੋਲ੍ਹ ਕੇ ਭਾਈ ਦਇਆ ਸਿੰਘ ਜੀ ਸੰਗਤਾਂ ਨੂੰ ਸਮਝਾਉਣਗੇ। ਇਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕਰ ਲਵਾਂਗੇ। ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ, ਉਪਰੰਤ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਨਾਮ ਸਥਿਤੀ ਬਖਾਨੈ ਸੋਏ, हे गोविंद हे गोपाल हे दयाल लाल, प्राणनाथ अनाथ सखे दीन दर्द निवार, हे समर्थ आगम पूरन मोहे मया तार, अंधकूप महाभयान नानक पार उतार। वाहिगुरु जी का खालसा, वाहिगुरु जी की फतेह।